ਤੁਹਾਡੇ ਧਰਮ ਪਤਨੀ ਉੱਥੋਂ ਇਲੈਕਸ਼ਨ ਲੜ ਸਕਦੇ ਨੇ, ਇਹਦੇ ਵਿੱਚ ਕੀ ਚਾਹੀਏ? पार्टी जो कहेगी वो ते निर्भर है। तो चैलेंज है, जाखड़ साहब लड़ो, जितो जित के दिखाओ। जाखड़ साहब जित ही नहीं सकते। जिन्होंने खाकी निखरा पा के ला के शाखावां लाइया, उन्होंने दे उत्ते लिया के दूजे बंदे पिछे अगला कहना यार इन्हां तो लै ला, जिहड़े तू नवें ले आया ना इन्हां तो लै ला, कोई नहीं। पर मैं कहना भी वो कहणगे सोफड़ा साफ हो गया, अब तो बड़िंग ही रह जाएगा। ये गल ना करो, कदे कदे पग दी गल भी ये नकली है, फलां है। बड़िंग आप ही मैं लड़ता हूँ फिरोजपुर से चुनाव पार्लियामेंट, तो लड़ मेरे सामने, फिर मैनू मेरा लीडर रहा है, गल मननी तो पऊगी। ਜਿਹੜੇ ਛੱਡ ਕੇ ਜਾਂਦੇ ਨੇ ਉਹ ਪਾਰਟੀ ਤੇ ਪ੍ਰਧਾਨ ਦੇ ਉਹ ਖਿਲਾਫ ਬੋਲਦੇ ਨੇ। ਪੰਜਾਬ ਇਸ ਵੇਲੇ ਹੜ੍ਹਾਂ ਦੀ ਜ਼ਦ ਦੇ ਵਿੱਚ ਹੈ ਤੇ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ, ਵਿਰੋਧੀ ਪਾਰਟੀਆਂ ਲਗਾਤਾਰ ਧਰਨੇ ਮੁਜ਼ਾਹਰੇ ਕਰ ਦੇ ਰਹੀਆਂ ਨੇ ਤੇ ਕਹਿ ਰਹੀਆਂ ਨੇ ਕਿ ਕਿਸਾਨਾਂ ਨੂੰ ਜਾਂ ਫਿਰ ਜਿਨ੍ਹਾਂ ਦੇ ਘਰ ਢੱਠੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਇਹ ਮੰਗ ਵਾਰ-ਵਾਰ ਉੱਠ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਕੱਲ ਇੱਕ ਧਰਨਾ ਦਿੱਤਾ ਪੰਚਾਇਤ ਭਵਨ ਦੇ ਬਾਹਰ। ਪੰਚਾਇਤਾਂ ਨੂੰ ਭੰਗ ਹੋਣ ਤਾਂ ਮੁੱਖ ਮਸਲਾ ਸੀ, ਪਰ ਨਾਲ ਮੁਆਵਜ਼ੇ ਦੀ ਵੀ ਗੱਲ ਜਿਹੜੀ ਉਹ ਆਖੀ ਗਈ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਕਿਸ ਤਰੀਕੇ ਨਾਲ ਦੇਖਦੇ ਹਾਂ, ਕਿਉਂਕਿ ਸਰਕਾਰ ਨੇ ਕੱਲ 186 ਕਰੋੜ ਦਾ ਮੁਆਵਜ਼ੇ ਦੀ ਰਾਸ਼ੀ ਜਾਰੀ ਵੀ ਕੀਤੀ ਹੈ। ਵੜਿੰਗ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਤੁਸੀਂ ਜਦੋਂ ਹੜ੍ਹ ਆਏ ਨੇ ਉਦੋਂ ਤੁਸੀਂ ਵੀ ਜਾ ਕੇ ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ ਤੁਸੀਂ ਜਾ ਰਹੇ ਸੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਧਰਨੇ ਮੁਜ਼ਾਹਰਿਆਂ ਦਾ ਦੌਰ ਚੱਲਿਆ ਤੇ ਕੱਲ ਵੀ ਤੁਸੀਂ ਧਰਨਾ ਦਿੱਤਾ, ਪਹਿਲਾਂ ਵੀ ਕਈ ਜਗ੍ਹਾ ਤੇ ਧਰਨੇ ਦਿੱਤੇ ਨੇ ਤੇ ਹੁਣ ਸਰਕਾਰ ਨੇ 186 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਨੂੰ ਕਿਵੇਂ ਦੇਖਦੇ ਹੋ? ਧਰਨੇ ਮੁਜ਼ਾਹਰੇ ਜਿਹੜੇ ਨੇ ਚੱਲ ਰਹੇ ਨੇ ਇਸ ਵੇਲੇ, ਉਸ ਨੂੰ ਕਿਵੇਂ ਦੇਖ ਰਹੇ ਹੋ? ਅਨਪ੍ਰੀਤ ਜੀ, ਮੈਂ ਸਮਝਦਾ ਕਿ ਰੋਜ਼ਾਨਾ ਅਸੀਂ ਪ੍ਰਦਰਸ਼ਨ ਕਰਦੇ ਹਾਂ ਔਰ ਕੱਲ ਬਹੁਤ ਵੱਡਾ ਪ੍ਰਦਰਸ਼ਨ ਕਿਸਾਨ ਯੂਨੀਅਨਸ ਦਾ ਵੀ ਸੀਗਾ, ਜਿਹਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਮੈਂ ਸਮਝਦਾ ਵੀ ਲੀਡਰਾਂ ਨੂੰ ਉਨੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਤੇ ਪੂਰਾ ਉਤਰ ਜਾਣ। ਪਹਿਲਾਂ ਤਾਂ ਬਹੁਤ ਸਾਰੀਆਂ ਤੁਸੀਂ ਗੱਲਾਂ ਕਹਿ ਦਿੰਦੇ ਹੋ, ਇਸੇ ਕਰਕੇ ਲੀਡਰਾਂ ਦੇ ਪ੍ਰਤੀ ਦਿਨ ਬ ਦਿਨ ਨਫ਼ਰਤ ਜਿਹੜੀ ਹੈ ਆਮ ਜਨਤਾ 'ਚ ਵੱਧਦੀ ਜਾਂਦੀ ਹੈ। ਤੁਸੀਂ ਕਹਿਤਾ ਬਈ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ, ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ। ਔਰ ਜੇ ਮੈਂ ਆંકੜੇ ਦੇਖਾਂ, ਜਿਹੜੀ ਕਿ ਰਿਪੋਰਟ ਇਹਨਾਂ ਨੇ ਭੇਜੀ ਹੈ ਕਿ ਜੋ ਇਹਨਾਂ ਨੇ ਕਿਹਾ ਵੀ 6 ਲੱਖ ਏਕੜ ਦਾ ਨੁਕਸਾਨ ਹੋਇਆ, ਤਾਂ ਫਿਰ ਇਸ ਰਾਸ਼ੀ ਨਾਲ 186 ਕਰੋੜ ਨਾਲ ਕੱਲੇ ਖੇਤਾਂ ਦੇ ਲਈ, ਫਸਲ ਦੇ ਲਈ 2900 ਰੁਪਇਆ ਪ੍ਰਤੀ ਏਕੜ ਆਏਗਾ, ਜਿੱਥੇ ਵੀ ਦੇਤਾ ਇਹਨਾਂ ਨੇ। ਜੇ ਵੱਧ ਦੇਣਗੇ ਤਾਂ ਫਿਰ ਇਹਦਾ ਮਤਲਬ ਉਹ 6 ਲੱਖ ਨੂੰ ਨਹੀਂ ਦਿੱਤਾ ਜਾਏਗਾ, ਤੇ ਜੇ 2900 ਰੁਪਏ ਦੇ ਹਿਸਾਬ ਨਾਲ ਦੇਣਗੇ ਤਾਂ ਫਿਰ 6 ਲੱਖ ਨੂੰ ਕੱਲੀ ਫਸਲ ਵਾਸਤੇ। ਫਿਰ ਘਰ ਕਿੰਨੇ ਡਿੱਗ ਪਏ, ਪਸ਼ੂ ਕਿੰਨੇ ਮਰ ਗਏ, ਦੁਕਾਨਾਂ 'ਚ ਕਿੰਨੀਆਂ 'ਚ ਪਾਣੀ ਸਾਡੇ ਭਾਈਚਾਰੇ ਦੇ ਉੱਥੇ ਜਿਹੜੇ ਲੋਕਾਂ ਦੇ ਵੜਿਆ, ਆਮ ਦੁਕਾਨਦਾਰਾਂ ਦੇ। ਹੋਰ ਜਿਹੜੇ ਨੁਕਸਾਨ ਹੈ ਉਹ ਵੱਖਰੀ ਗੱਲ ਹੈ। ਮੈਨੂੰ ਤਾਂ ਲੱਗਦਾ ਨਹੀਂ 186 ਕਰੋੜ ਰੁਪਏ ਨਾਲ ਕਿਸੇ ਗੱਲ ਦੀ ਪਰਮਾਈ ਤੇ ਕਿਉਂ ਨਹੀਂ। ਅਸੀਂ ਤਾਂ ਉਹਦੇ ਨੇ ਮੰਗ ਰਹੇ ਹਾਂ, ਤੁਹਾਡੇ ਕੋਲੇ ਪੈਸਾ ਪਿਆ ਵੀ ਹੈ। ਸੈਂਟਰ ਗਵਰਨਮੈਂਟ ਨੂੰ ਵੀ ਕਿਹਾ ਸੀਗਾ ਅਸੀਂ, ਇਹ 5-6 ਹਜ਼ਾਰ ਕਰੋੜ ਰੁਪਏ ਦਾ ਗੱਲ ਸੀਗੀ। ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਪੈਸ਼ਲ ਬਜਟ ਸੈਸ਼ਨ ਤੋਂ ਬਿਨਾਂ ਮੁੱਖ ਮੰਤਰੀ ਸਾਹਿਬ ਤੁਸੀਂ ਕੁਝ ਨਹੀਂ ਕਰ ਸਕਦੇ। ਐਵੇਂ ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋ ਕਿ ਮੁਰਗੀ ਦਾ ਦਿਆਂਗੇ, ਫਲਾਣੇ ਦਾ ਦਿਆਂਗੇ। ਹੁਣ ਥਾਂ ਥਾਂ 'ਤੇ ਧਰਨੇ, ਸੁਸਾਈਡਸ, ਲਾਠੀ ਚਾਰਜ। ਔਰ ਇੱਕ ਗੱਲ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਜਿਹੜੇ ਪੰਜਾਬ ਦਾ ਕਿਸਾਨ ਹੈ ਨਾ, ਹੁਣ ਪੰਜਾਬ ਦੇ ਕਿਸਾਨ ਨਾਲ ਗੱਲਬਾਤ ਦੇ ਰਾਹੀਂ ਆਪਦੀ ਗੱਲ ਕਰੋ। ਮੈਂ ਸਮਝਦਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਬਰਕਰਾਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ, ਲੇਕਿਨ ਅਗਰ ਤੁਸੀਂ ਡੰਡੇ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ, ਇਹਨਾਂ ਨੇ ਡੰਡੇ ਨਾਲ ਨਹੀਂ ਸਮਝਣਾ। ਤੁਸੀਂ ਇਹਨਾਂ ਨੂੰ ਪਿਆਰ ਨਾਲ ਗੱਲ ਰੱਖੋ, ਆਪਦੀ ਸਾਹਮਣੇ ਕਿਤਾਬਾਂ ਖੋਲ੍ਹ ਕੇ ਰੱਖੋ ਕਿ ਆਹ ਸਾਡੀ ਸਿਚੁਏਸ਼ਨ ਆ, ਸਾਡੇ ਹਾਲਾਤ ਨੇ। ਇਹ ਖਰਾਬ ਵੀ ਤਾਂ ਤੁਸੀਂ ਕੀਤਾ ਨਾ, ਓਵਰ ਐਕਸਪੈਕਟੇਸ਼ਨ। ਅਸੀਂ 12 ਤੋਂ 15 ਹਜ਼ਾਰ ਰੁਪਇਆ ਜਿਹੜੀ ਨੀਲੀ, ਉਹ ਜਿਹੜੀ ਲਾਲ ਸੁੰਡੀ ਦੀ ਮੁਆਵਜ਼ਾ ਦਿੱਤਾ ਸੀ, ਜਿਹੜਾ ਬੈਂਕਾਂ 'ਚ ਪਿਆ ਸੀ, ਖਾਤਿਆਂ 'ਚ ਆ ਗਿਆ ਸੀ, ਡੀਸੀਆਂ ਕੋਲੇ ਪਹੁੰਚ ਗਿਆ ਸੀ, ਜਿਹੜਾ ਭਗਵੰਤ ਮਾਨ ਨੇ ਪਹਿਲੇ ਮਹੀਨੇ ਵੰਡਿਆ ਮੁੱਖ ਮੰਤਰੀ ਸਾਹਿਬ ਨੇ, ਤੇ ਕਿਹਾ ਦੇਖੋ ਮੈਂ ਵੰਡਿਆ। ਹਾਲਾਂਕਿ ਉਹ ਸਾਡਾ ਪੈਸਾ ਸੀ, ਪਰ ਠੀਕ ਹੈ, ਜਿਸ ਕੀ ਲਾਠੀ ਉਸੀ ਕੀ ਭੈਂਸ, ਉਹਨਾਂ ਨੇ ਵਿਖਾਤਾ। ਉਹ ਕਹਿੰਦੇ ਫਿਰ ਇਹ ਵੰਡ ਕੇ ਜਾਂਦੇ, ਕੋਡ ਲੱਗ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਕਹਿੰਦੇ ਹੁੰਦੇ ਸੀਗੇ ਕਿ ਗਰਦਾਵਰੀ ਗੁਰਦੂਵਰੀ ਤਾਂ ਮਗਰ ਆਏਗੀ, ਮਗਰ ਆਉਂਦੀ ਰਹੇਗੀ, ਮੁਆਵਜ਼ਾ ਆਏਗਾ ਪਹਿਲਾਂ ਠਾ। ਘੱਗਰ ਘੁੱਗਰ ਹੀ ਨਹੀਂ ਸੰਭਿਆ ਕਹਿੰਦੇ ਕਿਸੇ ਤੋਂ 70 ਸਾਲਾਂ 'ਚ। ਇਹ ਮੁੱਖ ਮੰਤਰੀ ਸਾਹਿਬ ਦੀਆਂ ਵੀਡੀਓਜ਼ ਹੈ। ਕੇਜਰੀਵਾਲ ਸਾਹਿਬ ਕਹਿੰਦੇ ਸੀ ਕੋਈ ਕਿਸਾਨ 1 ਅਪ੍ਰੈਲ ਤੋਂ ਬਾਅਦ ਖੁਦਕੁਸ਼ੀ ਨਹੀਂ ਕਰੇਗਾ। ਮੈਂ ਜਾ ਕੇ ਆਇਆ ਨਾ, ਕਿੰਨੇ ਕਿਸਾਨ ਖੁਦਕੁਸ਼ੀ ਦੀ ਫਿਗਰ ਹੈ ਜਿਹੜੀ ਉਹ ਵੱਧ ਗਈ ਹੈ। ਮਨਪ੍ਰੀਤ, ਵੱਧ ਗਈ ਹੈ।
ਇਹ ਉਦੋਂ ਦਿੱਲੀ ਦੇ ਵਿੱਚ ਕਰੋੜ ਰੁਪਏ ਦਿੰਦੇ ਹੁੰਦੇ ਸੀ, ਕਿਸਾਨ ਖੁਦਕੁਸ਼ੀ ਕਰਦਾ ਸੀ ਜਿਹੜਾ ਉਹਦਾ ਕਰਦੇ ਸੀ। ਹੁਣ ਕਿੱਧਰ ਗਏ? ਹੁਣ ਕੇਜਰੀਵਾਲ ਸਾਹਿਬ ਤਾਂ ਖੁਦਕੁਸ਼ੀ ਵਾਲ ਤੇ ਕਿਸੇ ਦੇ ਬਹਿਣ ਵੀ ਨਹੀਂ ਗਏ। ਤੁਸੀਂ ਕਿਹਾ ਸੀ, ਉਹ ਮੈਡਮ ਸੀ ਮੰਤਰੀ ਇਹਨਾਂ ਦੀ, ਉਹ ਕਹਿੰਦੀ ਸੀ MSP ਤਾਂ ਇਦਾਂ ਹੀ ਦੇ ਦਿਆਂਗੇ, ਹਰ ਚੀਜ਼ ਤੇ MSP। ਫੋਨ ਕੇ ਉਹਨਾਂ ਨੇ ਕਿਹਾ ਕਿ ਨਹੀਂ, ਮੈਨੂੰ ਪਤਾ ਨਹੀਂ ਸੀਗਾ। ਸੋ ਇਦਾਂ ਦੀਆਂ ਗੱਲਾਂ ਕਰਕੇ ਪੰਜਾਬ ਦੇ ਕਿਸਾਨ ਨੂੰ ਇਹਨਾਂ ਨੇ ਕਿਉਂਕਿ ਕੰਮ ਖਰਾਬ ਕੀਤਾ, ਐਕਸਪੈਕਟੇਸ਼ਨਸ ਵਧਾਈਆਂ। ਹਾਲਾਂਕਿ ਉਹਨਾਂ ਦਾ ਹੱਕ ਬਣਦਾ ਹੈ। ਤੇ ਕੱਲ ਜੋ ਹੋਇਆ, ਬਹੁਤ ਧੱਕਾ ਤੇ ਜ਼ਾਸੀ ਭਗਦੜ ਮਚ ਗਈ। 700 ਕਿਸਾਨ ਸਾਡਾ ਬਾਰਡਰ ਤੇ, ਇਹਨਾਂ ਨੇ ਇਦਾਂ ਨਹੀਂ ਮੰਨਣਾ। 700 ਕਿਸਾਨ ਸ਼ਹੀਦ ਕਰਾਇਆ, 1.5 ਸਾਲ ਬੈਠੇ ਰਹੇ। ਮੋਦੀ ਦਾ ਉਸ ਜਾਬਰ ਬੰਦੇ ਦਾ ਮੁਕਾਬਲਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਪਿੱਛੇ ਨਹੀਂ ਹਟਦਾ। ਉਹਨੂੰ ਵੀ ਇਹਨਾਂ ਦੇ ਰੋਹ ਦੇ ਸਾਹਮਣੇ ਪਿੱਛੇ ਹਟਣਾ ਪਿਆ। ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਇਹਨਾਂ ਨਾਲ ਗੱਲ ਖੋਲੋ, ਪਿਆਰ ਨਾਲ ਬੈਠੋ, ਬੈਠ ਕੇ ਵਿਚਾਰ ਵਟਾਂਦਰਾ ਕਰੋ। ਸਲਾਹ ਮਸ਼ਵਰੇ ਦੇ ਨਾਲ ਇਹਦਾ ਹੱਲ ਕੱਢਿਆ ਜਾ ਸਕਦਾ ਹੈ। ਤੇ ਮੇਰੀ ਬੇਨਤੀ ਹੈ, ਉਹ ਕੰਮ ਨਾ ਕਹੋ ਜਿਹੜਾ ਤੁਸੀਂ ਕਰ ਨਹੀਂ ਸਕਦੇ। ਉਹ ਹੁਣ ਕੋਈ ਕਹੀ ਜਾਂਦਾ ਆਂਡਿਆਂ ਦਾ ਵੀ ਲਵਾਂਗੇ ਅਸੀਂ ਇਹਦਾ ਮੁਆਵਜ਼ਾ। ਸੋ ਇਹੋ ਜੀਆਂ ਗੱਲਾਂ ਵੱਡੇ ਲੀਡਰ ਸਾਹਿਬਾਨਾਂ ਦੇ ਮੂੰਹ ਚੋਂ ਝੂਠੀਆਂ ਜੱਚਦੀਆਂ ਨਹੀਂ। ਸੋ ਮੇਰੀ ਬੇਨਤੀ ਹੈ ਖਾਸ ਕਰਕੇ ਉਨੀ ਗੱਲ ਕਰਨੀ ਚਾਹੀਦੀ। ਔਰ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਦੁਬਾਰਾ, ਆਸੇ ਪਾਸੇ ਬੋਰਡ ਤੋਂ ਉਹਨੂੰ ਕੱਢਣਾ ਨਹੀਂ ਕੱਢਣਾ, ਇਹ ਅਲੱਗ-ਅਲੱਗ ਜਿਹੜੀਆਂ ਟੀਮਾਂ ਉਹਨਾਂ ਦਾ ਕੰਮ ਹੈ। ਦਿਸ ਇਜ਼ ਨਾਟ ਤੁਹਾਡੀ ਜੌਬ ਨਹੀਂ ਹੈ। ਕਿਰਪਾ ਕਰਕੇ ਬੈਠ ਕੇ ਆਪਦੇ ਬਿਊਰੋਕ੍ਰੇਸੀ ਨਾਲ ਗੱਲ ਕਰਕੇ ਕਿਸਾਨ ਨੂੰ ਮੁਆਵਜ਼ਾ ਵੱਧ ਤੋਂ ਵੱਧ ਦੇਣ ਦੀ ਅਸੀਂ 50,000 ਦੀ ਮੰਗ ਕਰ ਰਹੇ ਹਾਂ, 25 ਦੇ ਦਿਓ। ਪਰ ਵੜਿੰਗ ਸਾਹਿਬ, ਸਰਕਾਰ ਦਾ ਦੂਸਰੇ ਪਾਸੇ ਜੇ ਮੁੱਖ ਮੰਤਰੀ ਸਾਹਿਬ ਨਾ ਜਾਂਦੇ ਜਾਂ ਮੰਤਰੀ ਨਾ ਜਾਂਦੇ, ਤੁਸੀਂ ਉਹ ਕਹਿੰਦੇ ਕਿ ਅਸੀਂ ਇੱਥੇ ਬੈਠ ਕੇ ਸਿਚੁਏਸ਼ਨ ਦੇਖ ਰਹੇ ਹਾਂ, ਉਹਨੂੰ ਹੈਂਡਲ ਕਰ ਰਹੇ ਹਾਂ, ਫਿਰ ਉਹਨਾਂ ਨੇ ਕਹਿਣਾ ਸੀਗਾ ਕਿ ਸਾਡੇ ਉੱਤੇ ਇਹ ਬਲੇਮ ਲੱਗਣਾ ਸੀ, ਸਾਡੇ ਉੱਤੇ ਇਲਜ਼ਾਮ ਲੱਗਣਾ ਸੀ ਕਿ ਇਹ ਫੀਲਡ ਤੇ ਨਹੀਂ ਗਏ, ਇਹ ਜ਼ਮੀਨੀ ਪੱਧਰ ਦੀ ਹਕੀਕਤ ਨਹੀਂ ਜਾਣਦੇ। ਮੈਂ ਕਿਦੋਂ ਕਹਿਣਾ ਵੀ ਨਾ ਜਾਣ? ਮੈਂ ਨਹੀਂ ਕਿਹਾ ਨਾ ਜਾਓ। ਮੈਂ ਕਹਿੰਦਾ ਕਿ ਕਿਉਂ ਐਵੇਂ ਡਰਾਮਾ ਆਪਦੇ ਬੰਦੇ ਨੂੰ ਕੱਢ ਲਿਆ, ਫਲਾਣੇ ਨੂੰ ਪਾਤਾ, ਉਹਨੂੰ ਬਾਤਾ। ਇਸ ਗੱਲ ਦੀ ਕਿਹੜੀ ਗੱਲ 'ਚ ਪਏ ਹੋ ਯਾਰ? ਇਟਸ ਬੈਟਰ ਲੋਕ ਇਹ ਕਹਿਣਗੇ ਕਮਰੇ 'ਚ ਬੈਠਾ ਰਿਹਾ ਤੇ ਬਈ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ। ਜੇ ਹੁਣ ਤੱਕ ਕਮਰੇ 'ਚ ਬੈਠ ਕੇ ਹੁਣ ਤੱਕ ਮੁਆਵਜ਼ਾ ਦੇ ਜਾਂਦੇ ਤਾਂ ਕਿਸੇ ਨੇ ਨਹੀਂ ਕਹਿਣਾ ਸੀ ਭਗਵੰਤ ਸਿੰਘ ਮਾਨ ਆਏ ਕਿ ਨਹੀਂ ਆਏ। ਉਹਨਾਂ ਨੇ ਕਹਿਣਾ ਸੀ ਵੀ ਮੁੱਖ ਮੰਤਰੀ ਪੰਜਾਬ ਬੇਸ਼ੱਕ ਆਇਆ ਨਹੀਂ ਆਇਆ, ਲੇਕਿਨ ਸਾਡੇ ਘਰ ਮੁਆਵਜ਼ਾ ਪਹੁੰਚਾਉਣ ਦਾ ਕੰਮ ਕਰ ਦਿੱਤਾ। ਤੇ ਐਵੇਂ ਕਿਸੇ ਨੂੰ ਕੱਢਦੇ ਫਿਰੋਗੇ ਤੁਸੀਂ, ਜਿਹੜਾ ਹੋਰ ਵਿਅਕਤੀ ਵੀ ਕੱਢ ਸਕਦਾ ਹੈ, ਤੇ ਰੁਪਈਆ ਤੁਸੀਂ ਦਿਓਗੇ ਨਾ, ਹਜ਼ਾਰਾਂ ਲੋਕ ਸੁਸਾਈਡ ਕਰ ਜਾਏਗਾ, ਸੜਕਾਂ ਤੇ ਆ ਜਾਏਗਾ, ਕੀ ਫਰਕ ਪੈਂਦਾ? ਸਭ ਵਿਰੋਧੀ ਪਾਰਟੀਆਂ ਲਗਾਤਾਰ ਧਰਨੇ ਮੁਜ਼ਾਹਰੇ ਉਹ ਕਰ ਰਹੀਆਂ ਨੇ, ਜਿਹਦੇ ਵਿੱਚ ਕਾਂਗਰਸ ਵੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਹੈ ਤੇ BJP। ਹਾਲਾਂਕਿ ਧਰਨੇ ਮੁਜ਼ਾਹਰੇ ਤਾਂ ਨਹੀਂ, ਪਰ ਮੀਡੀਆ ਦੇ ਵਿੱਚ ਆ ਕੇ ਲਗਾਤਾਰ ਬਿਆਨਬਾਜ਼ੀ ਉਹ ਵੀ ਲਗਾਤਾਰ ਕਰ ਰਹੇ ਨੇ। ਪਰ ਸਰਕਾਰ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਉਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਸਾਨੂੰ ਸਭ ਕੁਝ ਪਤਾ, ਅਸੀਂ ਕਿਸਾਨਾਂ ਦੇ ਧੀਆਂ ਪੁੱਤਾਂ, ਅਸੀਂ ਆਮ ਘਰਾਂ ਦੇ ਆ, ਸਾਨੂੰ ਪਤਾ, ਅਸੀਂ ਸਭ ਕੁਝ ਕਰ ਦੇਣਾ। ਵਿਰੋਧੀ ਸਿਰਫ ਸਿਆਸਤ ਕਰ ਰਹੇ ਨੇ। ਸਿੱਧੇ ਤੌਰ ਦੇ ਉੱਤੇ ਇਹ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਹੁੰਦੀ ਸੀ ਕਿਸੇ ਟਾਈਮ, ਇਹ ਹੁਣ ਵਾਲੀ ਸੱਤਾ ਧਿਰ ਹੈ ਜਿਹੜੀ, ਉਹ ਵਿਰੋਧੀ ਧਿਰ ਨੂੰ ਉਸ ਤਰੀਕੇ ਨਾਲ ਪ੍ਰਵਾਨ ਕਿਉਂ ਨਹੀਂ ਕਰ ਰਹੀ, ਸਵੀਕਾਰ ਕਿਉਂ ਨਹੀਂ ਕਰ ਰਹੀ? ਜੇ ਤੁਸੀਂ ਕੋਈ ਗੱਲ ਕਹਿ ਰਹੇ, ਉਸ ਨੂੰ ਉਨੇ ਵਜ਼ਨ ਦੇ ਨਾਲ ਕਿਉਂ ਨਹੀਂ ਸੁਣਿਆ ਜਾ ਰਿਹਾ? ਦੇਖੋ, ਹੁਣ ਵਾਲੀਆਂ ਸਰਕਾਰਾਂ 'ਚ ਤਬਦੀਲੀ ਜੋ ਮੈਨੂੰ ਵੇਖਣ ਨੂੰ ਮਿਲੀ ਹੈ, ਇਹ ਦਿੱਲੀ ਦੇ ਅੰਦਰ ਵੀ ਹੈ। ਬਹੁਤ ਸਾਰੇ ਮੁੱਦਿਆਂ ਨੂੰ ਜਦੋਂ ਆਪੋਜੀਸ਼ਨ ਚੱਕਦੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬੋਲਦੇ। ਤੁਸੀਂ ਦੇਖੋ ਮਣੀਪੁਰ ਦੀ ਘਟਨਾ, ਕਿਉਂਕਿ ਇੱਕ ਸਟ੍ਰੈਟਜੀ ਹੈ ਐਂਡ ਸੇਮ ਸਟ੍ਰੈਟਜੀ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਫੋਲੋ ਕੀਤੀ, ਸੇਮ ਸਟ੍ਰੈਟਜੀ ਸਰਦਾਰ ਭਗਵੰਤ ਸਿੰਘ ਮਾਨ ਫੋਲੋ ਕਰ ਰਹੇ ਹੈ, ਜਿਹੜੀ ਸਟ੍ਰੈਟਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਫੋਲੋ ਕੀਤੀ ਹੈ। ਕਾਂਗਰਸ ਪਾਰਟੀ ਨੇ ਕੀ ਗਲਤੀ ਕੀਤੀ? ਗਲਤੀ ਲਾ ਲਓ ਜਾਂ ਅਸਲੀ ਡਾਕਟਰ ਮਨਮੋਹਨ ਸਿੰਘ ਇੱਕ ਭਲਾ ਵਿਅਕਤੀ ਸੀ, ਸ਼ਰੀਫ ਇਨਸਾਨ ਸੀ। ਕਿਸੇ ਵਿਅਕਤੀ ਦੇ ਕੋਲ ਸਕੈਮ ਦੀ ਗੱਲ ਲਾ ਲਓ ਤੁਸੀਂ, ਕੋਲ ਸਕੈਮ ਹੋਇਆ, ਜਿਹੜਾ ਕਾਮਨਵੈਲਥ ਸਕੈਮ ਹੋਇਆ, ਉਹ 2G ਸਕੈਮ ਹੋਇਆ। ਕਾਂਗਰਸ ਪਾਰਟੀ ਦੀ CBI ਸੀ, ਕਾਂਗਰਸ ਪਾਰਟੀ ਦੀ ED ਸੀ, ਕਾਂਗਰਸ ਪਾਰਟੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸੀ। ਆਪਦੇ ਹੀ ਮੰਤਰੀਆਂ ਦੀ ਇਨਕੁਆਇਰੀ ਖਲਾਈ, ਆਪਦੇ ਹੀ ਲੋਕਾਂ ਨੂੰ। ਜਿਹੜੀ ਕਰੁਣਾ ਨਿਧੀ ਦੀ ਲੜਕੀ ਸੀ ਕਨੀਮੋਈ 2G ਸਕੈਮ ਦੇ ਵਿੱਚ, ਇਹ ਰਾਜਾ ਤੇ ਉਹ ਅੰਦਰ ਰਹਿ ਕੇ ਆਏ ਕਿ ਨਹੀਂ ਆਏ? ਔਰ ਇਲਜ਼ਾਮ ਕਿਹਦੇ ਤੇ ਲੱਗਿਆ ਕਿ ਕਾਂਗਰਸ ਪਾਰਟੀ ਦੇ ਸਮੇਂ 2G ਸਕੈਮ ਹੋਇਆ। ਆਲਦੋ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਨਹੀਂ, ਦੁੱਧ ਦਾ ਦੁੱਧ ਪਾਣੀ ਕਰੋ। ਕਾਮਨਵੈਲਥ 'ਚ ਕਲਮਾੜੀ ਨੂੰ, ਸੁਰੇਸ਼ ਕਲਮਾੜੀ ਨੂੰ ਅਸਤੀਫਾ ਦੇਣਾ ਪਿਆ ਕਿ ਨਹੀਂ? ਕੋਲ ਸਕੈਮ ਦੇ ਵਿੱਚ ਇਨਕੁਆਇਰੀਆਂ ਬਹਾਲ ਕੀਤੀਆਂ ਤੇ ਲੋਕਾਂ ਨੂੰ ਸਸਪੈਂਡ ਕੀਤਾ। ਲੇਕਿਨ ਤੁਸੀਂ ਦੇਖੋ ਸਟ੍ਰੈਟਜੀ ਅਬਾਊਟ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਣੀਪੁਰ ਇਸ਼ੂ ਤੇ ਬਹਿਸ ਕਰਨ ਲਈ ਤਿਆਰ ਨਹੀਂ। ਉਹਨੇ ਇੱਕ ਸ਼ਬਦ ਨਹੀਂ ਬੋਲਿਆ 1.5 ਘੰਟੇ ਦੇ ਭਾਸ਼ਣ। ਲੋਕ ਭੁੱਲ ਜਾਣਗੇ। ਰਿਫਾਲਸ ਦੇ ਉੱਤੇ ਉਹਨੇ ਇੱਕ ਸ਼ਬਦ ਨਹੀਂ ਬੋਲਿਆ। ਵਿਰੋਧੀ ਧਿਰ ਪਿੱਟ ਕੇ ਮਰ ਗਏ, ਨਾਟ ਇਵਨ ਅ ਸਿੰਗਲ ਸ਼ਬਦ।
ਅਡਾਨੀ ਦੇ ਮੁੱਦੇ ਤੇ ਦੁਨੀਆ ਜਾਂਦੀ ਆ। ਅਗਰ ਦੇਸ਼ ਦਾ 200 ਨੰਬਰ ਤੇ ਜਿਹੜਾ ਬੰਦਾ ਸੀ, ਪਤਾ ਨਹੀਂ ਇਦੋਂ ਵੀ ਥੱਲੇ ਸੀ ਮੇਰਾ ਖਿਆਲ, ਦੁਨੀਆ ਦਾ ਪਹਿਲੇ ਨੰਬਰ ਦਾ ਬੰਦਾ ਬਣਾਤਾ, ਪਹਿਲੇ ਬੰਦਿਆਂ ਦੀ ਲਿਸਟ 'ਚ ਆ ਗਿਆ, ਪਹਿਲੇ ਦੂਜੇ ਤੇ ਰਿਲਾਇੰਸ, ਟਾਟਾ, ਫਲਾਂ ਸਭ ਨੂੰ ਛੱਡ ਕੇ। ਕਿੰਨੇ ਸਪੈਨ 'ਚ? ਆਹੀ 7-8 ਸਾਲਾਂ ਦੇ ਸਪੈਨ ਦੇ ਵਿੱਚ। ਉਹਦਾ ਸਵਾਲ ਪੁੱਛਿਆ ਜਦ ਕਿ ਬਾਹਰਲੀਆਂ ਕੰਪਨੀਆਂ ਨੇ ਰਿਪੋਰਟ ਦਿੱਤੀ, ਸਾਡੀ ਤੇ ਤਾਂ ਕਿਸੇ ਨੇ ਸੁਣਨੀ ਨਹੀਂ ਸੀ। ਇੱਕ ਸ਼ਬਦ ਨਹੀਂ ਬੋਲਿਆ। ਫੋਟੋਆਂ ਵਿਖਾਤੀਆਂ ਅਡਾਨੀ ਨਾਲ, ਇੱਕ ਸ਼ਬਦ ਨਹੀਂ ਬੋਲਿਆ। ਗੱਲ ਕਿੱਧਰ ਫੈਲਾਤੀ? ਫੜ ਲਿਆ ਰਾਹੁਲ ਗਾਂਧੀ ਤੇ ਮੁਕੱਦਮਾ ਦਰਜ ਕੀਤਾ, ਕੇਸ ਪਾਤਾ, 2 ਸਾਲ ਦੀ ਸਜ਼ਾ ਹੋ ਗਈ, ਕੋਟਾ 'ਚ ਤੁਰੇ ਫਿਰਦੇ ਆ ਰਾਹੁਲ ਗਾਂਧੀ। ਉਹ ਅਡਾਨੀ ਵਾਲਾ ਮੁੱਦਾ ਹੀ ਉਡਾਤਾ। ਮਣੀਪੁਰ ਹੁਣ ਰਾਹੁਲ ਜੀ ਜਿੱਦਾਂ ਆਏ, ਇੱਕ ਹੀ ਗੱਲ ਤੇ ਫੋਕਸ, ਸਾਰੀ ਓਪੋਜੀਸ਼ਨ, ਸਾਰੀਆਂ ਪਾਰਟੀਆਂ, ਮਣੀਪੁਰ ਮਣੀਪੁਰ ਮਣੀਪੁਰ। ਇਦੋਂ ਵੱਡੀ ਦੀ ਮਾੜੀ ਘਟਨਾ ਕਿਵੇਂ ਹੋ ਸਕਦੀ ਹੈ? ਜੋ ਮਣੀਪੁਰ 'ਚ ਹੋਇਆ ਉਸ ਮੈਨੂੰ ਲੱਗਦਾ ਕਿ 1947 ਤੋਂ ਪਹਿਲਾਂ ਵੀ ਨਹੀਂ ਕਿਸੇ ਨਾਲ ਹੋਇਆ। ਲੜਾਈ ਹੋਈ, ਸਿਰ ਵੱਢੇ ਗਏ, ਕਤਲੇਆਮ ਹੋਇਆ, ਲੇਕਿਨ ਇਸ ਤਰ੍ਹਾਂ ਦਾ ਕਿੱਸਾ 47 ਤੋਂ ਪਹਿਲਾਂ ਵੀ ਨਹੀਂ ਹੋਇਆ। ਲੇਕਿਨ ਪ੍ਰਧਾਨ ਮੰਤਰੀ ਸੇਮ ਇਟਸ ਕੇਜਰੀਵਾਲ ਸਾਹਿਬ, ਇੱਥੇ ਭਗਵੰਤ ਮਾਨ ਸਾਹਿਬ, ਕੋਈ ਸ਼ਬਦ ਨਹੀਂ ਉਸ ਮੁੱਦੇ ਤੇ। ਡਾਈਵਰਟ ਕਰ ਦਿਓ ਕੰਮ, ਇੱਧਰ ਨੂੰ ਗੱਲ ਹੈ ਜੋ ਗੱਲ ਕੋਈ ਨਾ। ਅਸੀਂ ਕੀਤਾ, ਫੜੇ ਗਏ ਚੋਰ ਵੀ ਅਸੀਂ ਮੰਨੇ, ਫੜੇ ਵੀ ਅਸੀਂ। ਲੋਕਾਂ ਨੇ ਇਸ ਗੱਲ ਤੇ ਨਹੀਂ, ਲੋਕਾਂ ਨੇ ਕਿਹਾ ਕਿ ਇਹਨਾਂ ਨੇ ਆਪਣੇ ਬੰਦਿਆਂ ਨੂੰ ਫੜ ਕੇ ਅੰਦਰ ਦਿੱਤਾ ਜੇ ਕੋਈ ਗਲਤ ਕੰਮ ਕਰਦਾ ਸੀ। ਅਸੀਂ ਲੋਕਾਂ ਨੇ ਕਿਹਾ ਕਿ ਨਹੀਂ ਇਹ ਕਰਪਟ ਸੀਗੇ। ਸੇਮ ਦੇ ਇਹਨਾਂ ਨੂੰ ਆਪੋਜੀਸ਼ਨ ਦੀ ਇਹ ਗੱਲ ਇਸ ਕਰਕੇ ਦਬਾਉਣਾ ਚਾਹੁੰਦੇ ਕਿ ਅੱਜ ਕੱਲ ਮੀਡੀਆ ਚੈਨਲਸ ਤੇ ਵੀ ਇਹਨਾਂ ਨੇ ਗਲਾ ਘੁੱਟ ਰੱਖਿਆ। ਮੀਡੀਆ ਚੈਨਲਸ ਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ, ਮੀਡੀਆ ਚੈਨਲਸ ਨੂੰ ਬਲੈਕਮੇਲ ਕੀਤਾ ਜਾਂਦਾ ਮੀਡੀਆ ਚੈਨਲਸ ਨੂੰ ਕਿ ਆਹ ਚੀਜ਼ ਤਾਂ ਤੁਸੀਂ ਦਿਖਾਉਣੀ ਨਹੀਂ, ਕੱਟ ਡੰਡਾ ਦਿੱਤਾ ਜਾਂਦਾ। ਕੀ ਕਰੇਗਾ ਮੀਡੀਆ ਚੈਨਲ ਵਾਲਾ? ਉਹਨੂੰ ਰੈਵਨਿਊ ਨਹੀਂ ਦੇਣਗੇ, ਉਹਦਾ ਚੈਨਲ ਬੰਦ ਕਰ ਦੇਣਗੇ, ਉਹਦੀ ਪੇਜ ਬੰਦ ਕਰ ਦੇਣਗੇ। ਕੀ ਕਰੇਗਾ ਮੀਡੀਆ ਚੈਨਲਸ? ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਨੰਦਪ੍ਰੀਤ ਜੀ ਇਸ ਤਰ੍ਹਾਂ ਕੀਤਾ ਹੈ, ਡੈਮੋਕ੍ਰੇਸੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੇਸ਼ ਦੇ ਕਨਸਟੀਟਿਊਸ਼ਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਉਹਨਾਂ ਦੀ ਇੱਦਾਂ ਰਹਿੰਦਾ ਬੋਲਬਾਲਾ ਥੋੜਾ ਸਮੇਂ ਲਈ, ਲੇਕਿਨ ਉਹ ਜ਼ਿਆਦਾ ਲੰਮੀਆਂ ਚੱਲਦੀਆਂ ਨਹੀਂ ਹੈ, ਜ਼ਿਆਦਾ ਲੰਮੀਆਂ ਨਹੀਂ ਚੱਲਦੀਆਂ। ਵੜਿੰਗ ਸਾਹਿਬ, 2-3 ਸਵਾਲ ਤੁਹਾਡੀ ਪਾਰਟੀ ਦੇ ਨਾਲ ਵੀ ਸੰਬੰਧਿਤ ਪੁੱਛਣੇ ਨੇ, ਕਿਉਂਕਿ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਤੇ ਲਗਾਤਾਰ ਸਰਗਰਮੀ ਉਹ ਕਰ ਰਹੇ ਨੇ। ਕੱਲ ਵਰਦੇ ਮੀਂਹ ਦੇ ਵਿੱਚ ਵੀ ਤੁਸੀਂ ਜਿਸ ਤਰੀਕੇ ਦੇ ਨਾਲ ਆਪਣੇ ਵਰਕਰਾਂ ਨੂੰ, ਆਪਣੀ ਪਾਰਟੀ ਦੇ ਲੀਡਰਾਂ ਨੂੰ ਉੱਥੇ ਖੜਾ ਕੇ ਰੱਖਿਆ, ਵਰਦੇ ਮੀਂਹ ਦੇ ਵਿੱਚ ਵੀ ਤੁਸੀਂ ਲਗਾਤਾਰ ਹੋਗੇ, ਉਹ ਬੜਾ ਸ਼ਲਾਘਾਯੋਗ ਹੈਗਾ। ਪਾਰਟੀ ਦੇ ਵਿੱਚ ਤੁਸੀਂ ਉਹ ਪੋਜੀਸ਼ਨ ਜਿਹੜੀ ਉਹ ਹਾਸਲ ਕਰ ਲਈ ਹੈ। ਵੜਿੰਗ ਸਾਹਿਬ, ਇੱਕ ਗੱਲ ਇਹ ਦੱਸਿਓ ਕਿ ਪਾਰਟੀ ਦੇ ਵਿੱਚ ਟੁੱਟ ਭੱਜ ਉਹ ਲਗਾਤਾਰ ਹੋ ਰਹੀ ਹੈ, ਕੁਝ ਲੀਡਰ ਛੱਡ ਕੇ ਜਾ ਰਹੇ ਨੇ, ਕੁਝ ਨੂੰ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਰਹੇ ਹੋ। ਇਹ ਚੱਲ ਕੀ ਰਿਹਾ? ਕੀ ਤੁਸੀਂ ਚਾਹੁੰਦੇ ਹੋ? 2024 ਨੇੜੇ ਹੈ, ਕੀ ਕਰੋਗੇ ਫਿਰ ਜੇ ਤੁਹਾਡੇ ਪਾਰਟੀ ਦੇ ਲੀਡਰ ਹੀ ਨਹੀਂ ਹੋਣਗੇ? ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੌਂਸਲਸ ਨੇ ਉਹ ਸਰਕਾਰ ਤੋੜ ਰਹੀ ਹੈ, ਕੁਝ ਬੀਜੇਪੀ 'ਚ ਜਾਈ ਜਾਂਦੇ ਨੇ, ਕੁਝ ਤੁਸੀਂ ਕੱਢੀ ਜਾਂਦੇ ਹੋ। ਮਤਲਬ ਤੁਸੀਂ ਕੀ ਸੋਚਿਆ ਕੀ ਹੈ? ਹੁਣ 4-5 ਮਹੀਨੇ ਬਾਅਦ ਇਲੈਕਸ਼ਨਸ ਨੇ ਪੰਚਾਇਤਾਂ ਦੀਆਂ, ਉਸ ਤੋਂ ਬਾਅਦ 2024 ਦੀ ਆ ਜਾਣਗੀਆਂ। ਵੜਿੰਗ ਸਾਹਿਬ ਬਤੌਰ ਪ੍ਰਧਾਨ ਕੀ ਸੋਚ ਰਹੇ ਨੇ? ਕੀ ਤੁਹਾਡੇ ਸਾਹਮਣੇ ਆ ਰਿਹਾ ਹੋਏਗਾ ਨਾ, ਗਿਣਤੀ ਮਿੰਤੀ ਕਰ ਰਹੇ ਹੋਵੋਗੇ ਤੁਸੀਂ ਕਿ ਇੱਥੇ ਇਹ ਫਲਾਣੇ ਲੀਡਰ ਛੱਡ ਗਏ, ਇੱਥੇ ਹਲਕਾ ਖਾਲੀ ਹੋ ਗਿਆ, ਫਿਰ ਕੀ ਸੋਚ ਰਹੇ ਹੋ ਵੜਿੰਗ ਸਾਹਿਬ? ਮਨਪ੍ਰੀਤ, ਜਿਹੜੇ ਛੱਡ ਗਏ ਸੀ ਉਹ ਛੱਡ ਗਏ ਹੈ। ਕੁਝ ਲੋਕ ਹੋਰ ਐਸੇ ਹੈ ਜਿਹੜੇ ਸਾਇਲੈਂਟ ਬੈਠੇ ਹੈ, ਜਿਹੜੇ ਕੰਮ ਨਹੀਂ ਕਰ ਰਹੇ, ਕਦੇ ਦਿਖੇ ਨਹੀਂ ਹੈ, ਘਰਾਂ 'ਚ ਬੈਠੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਵੀ ਐਸੇ 2-4 ਬੰਦੇ ਹੈ ਉਹ ਚਲੇ ਜਾਣ। ਔਰ ਮੈਨੂੰ ਲੱਗਦਾ ਮਨਪ੍ਰੀਤ ਇਸ ਗੱਲ ਨਾਲ ਕੋਈ ਬਹੁਤਾ ਫਰਕ ਪੈਂਦਾ ਨਹੀਂ ਹੈ ਜੇ ਲੋਕ ਮਨ ਬਣਾ ਲੈਣ, ਜੇ ਤੁਸੀਂ ਲੋਕਾਂ ਦੇ ਮੁੱਦੇ ਚੱਕਣ ਲੱਗ ਪਓ। ਹੁਣ ਮੇਰਾ 25 ਤਰੀਕ ਨੂੰ ਧਰਨਾ ਅਸੀਂ ਹਬੋਰ ਦੇ ਵਿੱਚ ਰੱਖਿਆ, ਡਰੱਗਸ ਨੂੰ ਲੈ ਕੇ ਰੱਖਿਆ। ਸੋ ਤੁਸੀਂ ਦੇਖ ਲਿਓ ਜੋ ਜਿੱਥੇ ਹਬੋਰ ਦੇ ਵਿੱਚ ਆਲਰੇਡੀ ਜਾਖੜ ਸਾਹਿਬ ਦਾ ਪਰਿਵਾਰ ਹੈਗਾ, ਜਿਨ੍ਹਾਂ ਨੇ ਸਾਰੀ ਉਮਰ ਉੱਥੇ ਰਾਜਨੀਤੀ ਕੀਤੀ, ਹੋਰ ਬੰਦਾ ਤਾਂ ਪੈਦਾ ਨਹੀਂ ਹੋਣ ਦਿੱਤਾ ਗਿਆ। ਅਸੀਂ ਉੱਥੇ ਵੀ ਕਾਂਗਰਸ ਪਾਰਟੀ ਜਿੰਦਾ ਹੈਗੀ ਆ। ਸੋ ਮੇਰੇ ਕਹਿਣ ਦਾ ਮਤਲਬ ਕਿ ਇਹ ਅੱਜ ਕੱਲ੍ਹ ਦਾ ਜਿਹੜਾ ਸਿਸਟਮ ਹੋ ਗਿਆ ਨਾ, ਪੇਸ਼ੈਂਸ ਹੈ ਨਹੀਂ ਲੋਕਾਂ ਦੇ ਵਿੱਚ ਨੰਦਪ੍ਰੀਤ। ਇੱਥੋਂ ਇੱਥੇ ਈਵਨ ਇਹ ਲੋਕਾਂ 'ਚ ਵੀ ਆਈ ਹੈ, ਲੀਡਰਾਂ 'ਚ ਵੀ ਆਈ ਹੈ, ਬਹੁਤ ਗਿਰਾਵਟ ਆ ਗਈ ਹੈ। ਇੱਥੋਂ ਬੰਦਾ ਜਾਂਦਾ ਇਸ ਪਾਰਟੀ 'ਚੋਂ ਇੱਧਰ, ਤੇ ਉਹ ਜਿੱਥੇ 5 ਸਾਲ 10 ਸਾਲ ਖਾ ਕੇ ਗਿਆ ਉਹਦੇ ਖਿਲਾਫ ਬੋਲਣ ਲੱਗ ਪੈਂਦਾ। ਲੋਕ ਉਹਨੂੰ ਅਡਾਪਟ ਕਰ ਲੈਂਦੇ ਹੈ। ਉੱਥੋਂ ਜਾਂਦਾ ਬੰਦਾ ਹੋਰ ਕਿਤੇ। ਪਹਿਲਾਂ ਕਦਰਾਂ ਕੀਮਤਾਂ ਹੁੰਦੀਆਂ ਸੀ, ਇਹ ਬਹੁਤ ਸਾਰਾ ਕੁਝ ਮੈਂ ਸਮਝਦਾ ਕਿ ਡਿਜੀਟਲ ਐਂਡ ਲੋਕ ਆਪਦੇ ਕੰਮਾਂ ਕਾਰਾਂ 'ਚ ਵਿਅਸਤ। ਅੱਜ ਇੱਥੋਂ ਖਬਰ ਆ ਗਈ, ਇੱਥੋਂ ਆ ਗਈ, ਉਹ 3 ਕੁ ਦਿਨਾਂ ਬਾਅਦ ਇੱਕ ਇਸ਼ੂ ਦੀ ਲਾਈਫ ਹੈਗੀ ਹੈ 24 ਘੰਟੇ, ਉਹ ਖਤਮ ਹੋ ਜਾਂਦੀ ਹੈ। ਸੋ ਨੋ ਡਾਊਟ ਗਿਰਾਵਟ ਬਹੁਤ ਆਈ ਹੈ ਇੱਥੋਂ ਉੱਥੇ, ਪੇਸ਼ੈਂਸ ਨਹੀਂ ਹੈ। ਲੋਕਾਂ ਨੂੰ ਲੱਗਦਾ ਮੈਂ ਛੇਤੀ ਕੁਝ ਕਰ ਲਵਾਂ। ਲੇਕਿਨ ਪਾਰਟੀਆਂ ਜਿਹੜੀਆਂ ਹੈਗੀਆਂ, ਅਗਰ ਨਿਰੰਤਰ ਤੁਸੀਂ ਜਿਵੇਂ ਤੁਸੀਂ ਕੱਲ੍ਹ ਕਹੀ ਗੱਲ, ਮੈਨੂੰ ਬੜੀ ਖੁਸ਼ੀ ਹੋਈ ਕੱਲ੍ਹ, ਬੜੇ ਚਿਰ ਬਾਅਦ ਆਈ ਹੈਵ ਨੈਵਰ ਸੀਨ, ਮੈਂ ਹੁਣ ਤੀਜੀ ਵਾਰੀ MLA ਬਣ ਗਿਆ, ਕਿ ਪਾਰਟੀ ਨੇ ਕਦੇ ਧਰਨਾ ਲਾਇਆ ਹੋਵੇ ਤੇ ਉੱਤੋਂ ਮੀਂਹ ਆ ਜਾਏ ਤੇ ਮੀਂਹ 'ਚ ਬੈਠੀ ਰਹੇ।
ਸਾਡੇ ਕਾਂਗਰਸੀਆਂ ਦੇ ਕਈਆਂ ਦੇ ਕੁੜਤਿਆਂ ਦੇ ਵਿੱਚ ਵੱਟ ਨਹੀਂ ਪੈਣ ਦਿੰਦੇ, ਉਹ ਗਰਮੀ ਲੱਗਦੀ ਹੈ। ਸੋ ਕੱਲ ਬਿਨਾਂ ਸ਼ਾਮਿਆਣਾ ਤੋਂ ਬੈਠੇ ਸੀ, ਥੱਲੇ ਬੈਠੇ ਸੀ, ਮੀਂਹ ਆ ਗਿਆ, ਮੀਂਹ 'ਚ 25-30 ਮਿੰਟ ਮੀਂਹ ਵਰਦਾ ਰਿਹਾ, ਬੈਠੇ ਰਹੇ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ, ਅਗਰ ਇਸ ਤਰ੍ਹਾਂ ਦਾ ਮਾਹੌਲ ਬਣਨ ਲੱਗ ਜਾਏਗਾ ਔਰ ਸਾਰੇ ਸੀਨੀਅਰ ਲੀਡਰਸ ਜਿਹੜੇ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਅਗਰ ਇਸ ਤਰ੍ਹਾਂ ਦਾ ਮਾਹੌਲ ਬਣ ਲੱਗ ਪਿਆ ਨਾ, ਸੋ ਕੌਣ ਛੱਡ ਕੇ ਗਿਆ, ਕੌਣ ਨਹੀਂ ਛੱਡ ਕੇ ਗਿਆ, ਇਟ ਡਜ਼ਨਟ ਮੇਕ ਐਨੀ ਡਿਫਰੈਂਸ ਟੂ ਅਸ। ਕੋਈ ਫਰਕ ਨਹੀਂ ਪੈਣਾ। ਤੁਸੀਂ ਦੇਖੋ ਨਾ ਕਿਵੇਂ ਨੌਜਵਾਨ ਯੰਗ ਮੁੰਡੇ ਕਿੱਧਰੋਂ ਆਏ ਤੇ 92 ਸੀਟਾਂ ਲੈ ਗਏ। ਐਸਟੈਬਲਿਸ਼ ਲੋਕਾਂ ਨੂੰ ਹਰਾ ਗਏ, ਜਿਹੜੇ 40-40 ਸਾਲਾਂ ਦੇ ਐਸਟੈਬਲਿਸ਼ ਆਪਦੀ ਹਲਕਿਆਂ 'ਚ ਬੈਠੇ ਸੀ, ਅਮਰਿੰਦਰ ਸਿੰਘ ਵਰਗੇ। ਸੋ ਮੈਨੂੰ ਲੱਗਦਾ ਕਿ ਸਾਨੂੰ ਸਹੀ ਦਿਸ਼ਾ 'ਚ ਕੰਮ ਕਰਨ ਦੀ ਲੋੜ ਹੈ, ਸਹੀ ਇਸ਼ੂਜ਼ 'ਤੇ ਕੰਮ ਕਰਨ ਦੀ ਲੋੜ ਹੈ। ਤਾਨੇ ਮੀਣਿਆਂ ਤੋਂ ਹਟ ਕੇ, ਤੂੰ ਮੈਂ ਤੋਂ ਹਟ ਕੇ, ਮਜ਼ਾਕੀਆਪਨ ਤੋਂ ਹਟ ਕੇ, ਨਿੱਜੀ ਰੰਜਿਸ਼ ਤੋਂ ਹਟ ਕੇ ਐਂਡ ਗੱਲ ਕਰੀਏ, ਇਸ਼ੂ ਬੇਸ ਗੱਲ ਕਰੀਏ, ਪੰਜਾਬ ਦੇ ਲੋਕਾਂ ਨੂੰ ਸਹੀ ਪੰਜਾਬ ਦੇ ਜਿਹੜੇ ਪੱਖ ਦੇ ਮੁੱਦਿਆਂ ਦੀ ਲੜਾਈ ਲੜੀਏ, ਤਾਂ ਕੌਣ ਲੜੇਗਾ ਚੁਣਾਵ, ਉਹੀ ਜਿੱਤ ਜਾਏਗਾ ਜਿਹਨੂੰ ਲੜਾਵਾਂ। ਇੱਕ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਸੰਦੀਪ ਜਾਖੜ ਸਾਹਿਬ ਨੂੰ ਤੁਸੀਂ ਬਾਹਰ ਕੱਢਿਆ, ਤੁਸੀਂ ਕਿਹਾ ਕਿ ਬਹੁਤ ਸਾਰੇ ਲੀਡਰ ਛੱਡ ਕੇ ਚਲੇ ਜਾਂਦੇ ਨੇ। ਜਿਹੜੇ ਛੱਡ ਕੇ ਜਾਂਦੇ ਨੇ ਉਹ ਪਾਰਟੀ ਤੇ ਪ੍ਰਧਾਨ ਦੇ ਉਹ ਖਿਲਾਫ ਬੋਲਦੇ ਨੇ ਕਿ ਜੀ ਉਹਦੇ ਕਰਕੇ ਅਸੀਂ ਛੱਡ ਕੇ ਆਏ ਹਾਂ, ਉਹ ਇੱਕ ਕਲਚਰ ਖਤਮ ਕਰ ਦਿੱਤਾ, ਬੋਲਣ ਦੀ ਜਿਹੜੀ ਸੰਗੀ ਹੈ ਸਾਡੀ ਉਹ ਘੁੱਟ ਦਿੱਤੀ ਹੈ। ਇਹ ਇਲਜ਼ਾਮ ਲਗਾਤਾਰ ਲੱਗਦੇ ਨੇ। ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕਿਉਂਕਿ ਜਦੋਂ ਇੱਕ ਬੰਦਾ ਤੁਹਾਡੀ ਪਾਰਟੀ ਛੱਡ ਕੇ ਜਾਂਦਾ ਤੇ ਦੂਸਰੀ ਪਾਰਟੀ ਦਾ ਪ੍ਰਧਾਨ ਬਣ ਜਾਂਦਾ ਤਾਂ ਨੈਚੁਰਲੀ ਇਹ ਜਿਹੜੇ ਤੁਹਾਡੀ ਪਾਰਟੀ ਦੇ ਕੁਝ ਲੀਡਰ ਨੇ ਉਹਨਾਂ ਦੇ ਸੰਪਰਕ 'ਚ ਵੀ ਹੈ ਨੇ। ਸਾਡੇ ਕੋਲ ਤਾਂ ਬਹੁਤ ਸਾਰੀ ਰਿਪੋਰਟਾਂ ਪਹੁੰਚਦੀਆਂ ਨੇ ਤੇ ਨੈਚੁਰਲੀ ਹੈ ਕਿ ਉਹ ਉਧਰ ਚਲੇ ਜਾਣਗੇ, ਜਾ ਸਕਦੇ ਨੇ। ਇਹਦਾ ਨੁਕਸਾਨ ਤਾਂ ਹੋਏਗਾ ਨਾ ਤੁਹਾਨੂੰ, ਕਿਉਂਕਿ ਬਤੌਰ ਪ੍ਰਧਾਨ ਤੁਸੀਂ ਇਹ ਸਭ ਕੁਝ ਤਾਂ ਦੇਖ ਰਹੇ ਹੋਵੋਗੇ ਨਾ। ਦੇਖੋ, ਮੈਂ ਇੱਕ ਗੱਲ ਸੁਣਾਉਣਾ। ਇਸ ਮੇਰੇ ਹਲਕੇ ਦਾ ਇੱਕ ਸਰਪੰਚ ਸੀਗਾ, ਬਹੁਤ ਵੱਡਾ ਪਿੰਡ ਸੀਗਾ। ਸੋ ਕੋਟ ਭਾਈ ਪਿੰਡ ਸੀ। ਮੈਂ ਉਹਦੀਆਂ ਮਿੰਨਤਾਂ ਕਰਦਾ ਰਿਹਾ 4 ਦਿਨ, ਬੜਾ ਉਹਨੂੰ ਨਜ਼ਾਰੇ ਦਾ ਹੈ। ਸਭ ਤੋਂ ਵੱਡਾ ਪਿੰਡ ਹੈ ਕੋਟ ਭਾਈ, ਗਿੱਦੜਬਾਹਾ ਦਾ, ਦੋਦਾ ਤੇ ਕੋਟ ਭਾਈ ਲਾਰਜੈਸਟ ਪਿੰਡ ਹੈ। ਸਵੇਰ 5 ਵਜੇ ਜਾਣਾ ਮਨਾਉਣਾ, ਅਕਸਰ ਉਹ ਚਲਾ ਹੀ ਗਿਆ। ਉਹ ਚਲਾ ਗਿਆ। ਜਦੋਂ ਚਲਾ ਗਿਆ, ਜੇ ਉਹ ਨਾ ਜਾਂਦਾ ਮੈਂ ਉਹ ਕੋਟ ਭਾਈ 'ਚ ਵੱਧ ਗਿਆ। ਦੂਜੇ ਪਿੰਡਾਂ 'ਚੋਂ ਮੈਂ ਘੱਟ ਕੇ ਆਇਆ ਵੋਟ, ਉੱਥੋਂ ਮੈਂ ਵੱਧ ਗਿਆ। ਜੇ ਉਹ ਨਾ ਜਾਂਦਾ ਤਾਂ ਮੈਂ ਜਿੱਤਦਾ ਨਹੀਂ ਸੀ। ਯੂ ਟਰਾਈ ਅੰਡਰਸਟੈਂਡ ਮੈਂ ਕੀ ਕਹਿਣਾ ਚਾਹੁੰਦਾ। ਮੈਂ ਕੋਈ ਫਰਕ ਨਹੀਂ ਪੈਂਦਾ। ਕਈ ਵਾਰੀ ਤੁਸੀਂ ਜਦੋਂ ਅਗਲਾ ਕਹਿੰਦਾ ਯਾਰ ਉਸੇ ਬੰਦੇ ਕਰਕੇ ਕਾਂਗਰਸ ਮਰੀ ਪਈ ਹੁੰਦੀ ਹੈ, ਉਸੇ ਬੰਦੇ ਕਰਕੇ ਕਾਂਗਰਸ ਮਰੀ ਪਈ ਹੈ। ਇਸੇ ਕਰਕੇ ਮੈਂ ਜਾਖੜ ਸਾਹਿਬ ਨੂੰ ਕਹਿੰਦਾ, ਲੈਟਸ ਸੀ। ਹੁਣ ਇੱਥੋਂ ਤਜਰਬਾ, ਸਭ ਤੋਂ ਵੱਡਾ ਲੀਡਰ ਜਾਖੜ ਸਾਹਿਬ ਸੀ ਪਾਰਟੀ 'ਚ, ਚੰਗੇ ਵੱਡੇ ਲੀਡਰਾਂ 'ਚੋਂ ਆਉਂਦੇ ਸੀ, ਪਾਰਟੀ ਦੇ ਪ੍ਰਧਾਨ ਰਹੇ, CLP ਰਹੇ। ਹਾਰਨ ਤੋਂ ਬਾਅਦ, ਹਾਲਾਂਕਿ ਜਦੋਂ ਸਾਰਾ ਪੰਜਾਬ ਜਿੱਤ ਗਿਆ, ਉਦੋਂ ਜਾਖੜ ਸਾਹਿਬ ਆਪਦੇ ਇੱਕ ਆਮ ਬੰਦੇ ਤੋਂ, ਸਕੂਟਰ ਵਾਲੇ ਵਿਚਾਰੇ ਸ਼ਰੀਫ ਆਦਮੀ ਤੋਂ ਹਾਰ ਗਏ, ਨਾਰੰਗ ਸਾਹਿਬ ਤੋਂ। ਚੰਗਾ ਬੰਦਾ ਜਾਖੜ ਸਾਹਿਬ ਨੂੰ। ਹੁਣ ਅਸੀਂ ਮੁੰਡੇ ਨੂੰ ਸਸਪੈਂਡ ਕਰਤਾ, ਸੰਦੀਪ ਜੀ ਨੂੰ। ਕੀ ਕਹਿੰਦੇ ਜਾਖੜ ਸਾਹਿਬ ਨੂੰ? ਭਜਨ ਲਾਲ ਜੀ ਦੇ ਜਿਹੜੇ ਸੁਪੁੱਤਰ ਸੀ ਕੁਲਦੀਪ ਬਿਸ਼ਨੋਈ ਜੀ, ਉਹਨਾਂ ਨੇ ਪਾਰਟੀ ਜੁਆਇਨ ਕਰ ਲਈ, ਪਰ ਉਹ ਇਸ ਪਾਰਟੀ 'ਚੋਂ MLA ਬਣੇ ਸੀ। ਉਹਨਾਂ ਨੇ ਅਸਤੀਫਾ ਵੀ ਦਿੱਤਾ ਵੀ ਮੈਂ ਤੁਹਾਡੇ ਚੋਣ ਨਿਸ਼ਾਨ ਤੇ MLA ਬਣਿਆ ਸੀ, ਜਾਂ ਮੇਰੇ 'ਚ ਦਮ ਹੈ, ਆ ਲਓ ਤੁਹਾਡਾ ਅਸਤੀਫਾ, ਮੈਂ ਚੁਣਾਵ ਲੜਾਂਗਾ। ਤੇ ਚੁਣਾਵ ਲੜੇ ਤੇ ਉਹਨਾਂ ਨੇ ਆਪਦੇ ਬੇਟੇ ਨੂੰ ਟਿਕਟ ਦੇ ਕੇ ਜਿਤਾ ਲਿਆ। ਹੁਣ ਇੱਥੇ ਮੈਂ ਕਹਾਂਗਾ ਕਾਂਗਰਸ ਪਾਰਟੀ ਮਜ਼ਬੂਤ ਹੈ, ਇਹ ਚੰਗਾ ਹੋ ਗਿਆ, ਚਲਾ ਗਿਆ, ਕਿੱਦਾਂ ਪਤਾ ਲੱਗੇਗਾ? ਇਹਦਾ ਟੈਸਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਜਾਖੜ ਸਾਹਿਬ ਕਹਿਣਗੇ ਕਿ ਸਾਰੇ ਮੇਰੇ ਟੱਚ 'ਚ ਮੈਂ ਤਾਂ ਖਤਮ ਕਰ ਦਿਆਂਗਾ। ਇਹਦਾ ਹੁਣ ਗੱਲ ਦਾ ਰਿਜ਼ਲਟ ਕਿਤੋਂ ਪਤਾ ਲੱਗਾ? ਅਸੀਂ ਇਸੇ ਕਰਕੇ ਕਹਿੰਦੇ ਹਾਂ, ਲੈਟਸ ਸੀ, ਸਾਨੂੰ ਵੀ ਪਤਾ ਲੱਗ ਜੇ ਅਸੀਂ ਕਿੱਥੇ ਖੜੇ ਹਾਂ। ਕਿ ਹਬੋਹਰ ਦੇ ਵਿੱਚ ਅਸੀਂ ਪਾਰਟੀ ਨੂੰ ਸਸਪੈਂਡ ਕਰਤਾ, ਉਹ ਅਸਤੀਫਾ ਦੇ ਕੇ ਦੁਬਾਰੇ ਬਾਈ ਇਲੈਕਸ਼ਨ ਲੜਨ। ਕੀ ਲੜਨ? ਬਾਈ ਇਲੈਕਸ਼ਨ। ਪਤਾ ਲੱਗ ਜੇ ਕਿ ਦਮ ਕਿੰਨਾ ਕੁ ਹੈ, ਤੇ ਸਾਨੂੰ ਵੀ ਪਤਾ ਲੱਗ ਜੂ ਵੀ ਅਸੀਂ ਚੌਥੇ ਨੰਬਰ ਤੇ ਹਾਂ, ਤੀਜੇ ਤੇ ਹਾਂ, ਦੂਜੇ ਤੇ ਕਿ ਪਹਿਲੇ ਤੇ ਹਾਂ। ਤੇ ਉਹਨਾਂ ਨੂੰ ਪਤਾ ਲੱਗ ਜੂ ਵੀ ਜੇ ਦੁਬਾਰੇ ਜਿੱਤ ਜਾਂਦੇ ਹੈ ਤਾਂ ਫਿਰ ਬਹੁਤ ਮਜ਼ਬੂਤ ਹੈ। ਫਿਰ ਇਹਦਾ ਮਤਲਬ ਸਾਨੂੰ ਪਤਾ ਲੱਗ ਜੂ। ਤੇ ਜੇ ਉਹ ਲੜ ਹੀ ਨਹੀਂ ਰਹੇ ਡਰ ਦੇ ਮਾਰੇ, ਤੁਹਾਨੂੰ ਪਤਾ ਜਾਖੜ ਸਾਹਿਬ ਦਾ ਕੀ ਬਿਆਨ ਹੈ? ਕਹਿੰਦੇ ਮੈਂ ਕਿਤੋਂ ਚੁਣਾਵ ਨਹੀਂ ਲੜਾਂ। ਕਿਉਂ ਬਈ? ਲੜਾਉਣਗੇ ਸਾਰਿਆਂ ਨੂੰ। ਨਹੀਂ, ਕਿਉਂ ਨਹੀਂ ਲੜਨਗੇ? ਇਹਦਾ ਮਤਲਬ ਤੁਸੀਂ ਜਿੱਤ ਨਹੀਂ ਸਕਦੇ, ਇਸ ਕਰਕੇ ਨਹੀਂ ਲੜੋਗੇ। ਲੋ ਤੁਹਾਨੂੰ ਚੈਲੰਜ ਹੈ, ਜਾਖੜ ਸਾਹਿਬ ਲੜੋ, ਜਿੱਥੋਂ ਜਿੱਤ ਕੇ ਦਿਖਾਓ। ਨਾਟ ਇਵਨ ਅ ਸਿੰਗਲ ਸੀਟ ਜਾਖੜ ਸਾਹਿਬ ਜਿੱਤ ਹੀ ਨਹੀਂ ਸਕਦੇ। ਜਾਖੜ ਸਾਹਿਬ ਫਿਰੋਜ਼ਪੁਰ 'ਚੋਂ ਇੰਨੇ ਵਾਰੀ ਲੜੇ, ਹਾਰ ਗਏ। ਜਾਖੜ ਸਾਹਿਬ ਕੇਵਲ 69 ਸਾਲਾਂ ਦੀ ਉਮਰ 'ਚ ਕੇਵਲ 3 ਵਾਰੀ MLA ਬਣੇ ਹੈ, ਇੱਕ ਵਾਰੀ ਬਾਈ ਇਲੈਕਸ਼ਨ ਪਾਰਲੀਮੈਂਟ ਬਣੇ, ਬਸ ਖਤਮ। ਸੋ ਕਈ ਪਾਰਟੀ, ਕਾਂਗਰਸ ਪਾਰਟੀ ਨੇ ਕੁਝ ਲੋਕਾਂ ਨੂੰ, ਹੁਣ ਕਿੱਥੇ ਨੇ ਗੁਲਾਮ ਨਬੀ ਆਜ਼ਾਦ ਸਾਹਿਬ, ਐਡਾ ਵੱਡਾ ਲੀਡਰ। ਕੋਈ ਗੁਲਾਮ ਨਬੀ ਆਜ਼ਾਦ 70 ਸਾਲਾਂ 'ਚ ਕਦੇ ਬਿਨਾਂ ਪਾਵਰ ਤੋਂ ਨਹੀਂ ਬੰਦਾ ਰਿਹਾ,
ਕਦੇ ਵਿਦਆਊਟ ਰਾਜ ਸਭਾ ਆਪੋਜੀਸ਼ਨ ਰਾਜ ਸਭਾ ਲੀਡਰ ਕਦੇ ਨਹੀਂ ਰਿਹਾ। ਲਾਤਾ ਕੈਪਟਨ ਅਮਰਿੰਦਰ ਸਿੰਘ ਲੜਨ ਪਟਿਆਲਾ ਦੁਬਾਰਾ ਮੇਰੇ ਕਹਿਣ ਦਾ ਮਤਲਬ ਕਾਂਗਰਸ ਪਾਰਟੀ ਜਿਹੜੀ ਕਮਜ਼ੋਰ ਹੋਈ ਹੈ ਉਹ ਇਸੇ ਕਰਕੇ ਹੁੰਦੀ ਰਹੀ ਕਿ ਇਹਨਾਂ ਲੋਕਾਂ ਨੂੰ ਅਸੀਂ ਠੇਕੇ ਤੇ ਦੇਤੇ ਹਲਕੇ 70 ਸਾਲਾਂ ਸੇ। ਇਹਨਾਂ ਤੋਂ ਲੋਕ ਦੁਖੀ ਹੈ, ਜਾਣ ਤਾਂ ਜਾਣ ਕਿੱਥੇ। ਧਰਨੇ ਦੇ ਵਿੱਚ ਇਹ ਵੀ ਗੱਲ ਹੋਈ ਕਿ ਮਨਪ੍ਰੀਤ ਬਾਦਲ ਸਾਹਿਬ ਉਹਨੂੰ ਤੁਸੀਂ ਇੱਕ ਤਰੀਕੇ ਦੇ ਨਾਲ ਉਹਨੂੰ ਤੁਸੀਂ ਕਿਹਾ ਕਿ ਉਹਨਾਂ ਨੂੰ ਬਾਹਰੋਂ ਜਿਹੜੇ ਆਉਂਦੇ ਨੇ ਉਹਨਾਂ ਨੂੰ ਕੁਰਸੀਆਂ ਨਵਾਜ਼ ਦਿੰਦੇ ਹੋ, ਇਹ ਕਲਚਰ ਖਤਮ ਕਰਨਾ ਪਏਗਾ। ਉਹਨਾਂ ਦੇ ਉੱਤੇ ਵਿਜੀਲੈਂਸ ਜਾਂਚ ਵੀ ਚੱਲ ਰਹੀ ਹੈ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਸਿਆਸੀ ਸ਼ਰੀਕ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਦੇਖੋ, ਮੈਂ ਇਸ ਗੱਲ ਨਾਲ ਤਾਂ ਬਾਜਵਾ ਸਾਹਿਬ ਦੀ ਸਹਿਮਤ ਹਾਂ। ਦੇਖੋ, ਰਾਜਾ ਵੜਿੰਗ ਤਾਂ ਮੰਤਰੀ ਨਹੀਂ ਬਣਿਆ, ਜਿਹੜੇ ਬੰਦੇ ਨੂੰ ਮੰਤਰੀ ਬਣਾਇਆ ਉਹ ਆਏ, ਤੁਸੀਂ ਵੇਖਿਆ ਕੱਦ ਕੁੱਦ ਚੰਗਾ ਹੈ, ਸ਼ੇਰ ਔਰ ਸ਼ਾਇਰੀ ਚੰਗੀ ਹੈ, ਖਿਤਾਬ ਇੱਕ ਅੰਗੂਠਾ ਹੱਥ 'ਚ ਹੁੰਦਾ ਹੈ। 64,000 ਵੋਟਾਂ ਦੇ ਫਰਕ ਨਾਲ ਉਹ ਹਾਰ ਗਏ ਨੇ। ਮੈਂ ਕੋਈ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਬਾਰੇ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਐਡੀ ਜਲਦੀ ਹੌਲੀ ਹੌਲੀ ਉਹਦਾ ਟੈਸਟ ਲੈਣਾ ਚਾਹੀਦਾ, ਫਿਰ ਪਾਰਟੀ ਨੂੰ ਗਾਂ ਫੋਰਮ ਤੇ ਲੈ ਕੇ ਆਉਣਾ ਚਾਹੀਦਾ। ਕਿਤੇ ਵੀ ਤੁਸੀਂ ਦੇਖੋ ਆ ਨਤੀਜਾ ਬੀਜੇਪੀ ਨੂੰ ਭੁਗਤਣਾ ਪੈਣਾ। ਬੀਜੇਪੀ ਨੇ ਠੀਕ ਹੈ, ਕਿਉਂਕਿ ਜਾਖੜ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਂ ਕਾਂਗਰਸ ਪਾਰਟੀ ਦੇ ਕਿੱਲ ਗੱਡੂੰਗਾ, ਅਖੀਰਲਾ ਮੈਂ ਚਲਾਉਂਗਾ ਮੁਹਿੰਮ, ਪਰ ਮੈਨੂੰ ਤੁਸੀਂ ਰਾਜ ਸਭਾ 'ਚ ਲੈ ਕੇ ਮੰਤਰੀ ਬਣਾਉਣਾ ਹੈ ਜਾਂ ਪ੍ਰਧਾਨ ਬਣਾਉਣਾ ਹੈ। ਨਹੀਂ ਤਾਂ ਬੀਜੇਪੀ ਨੇ ਇਹ ਕਦੇ ਨਹੀਂ ਕੀਤਾ, ਪ੍ਰਧਾਨ ਨਹੀਂ ਬਣਾਇਆ, ਪ੍ਰਧਾਨ ਬਣਾਤਾ। ਉਸੇ ਵਾਅਦੇ ਦੇ ਪਹਿਲਾਂ ਜਿਹੜਾ ਇਲੈਕਸ਼ਨਾਂ ਵੇਲੇ ਕੀਤਾ ਸੀਗਾ, ਜਦੋਂ ਜਾਖੜ ਸਾਹਿਬ ਨੇ ਕਿਹਾ ਹਿੰਦੂਆਂ ਦੇ ਖਿਲਾਫ ਤੇ ਫਲਾਂ ਫਲਾਂ ਫਲਾਂ, ਤੁਸੀਂ ਦੇਖ ਲਿਓ ਜੋ ਇੰਟਰਨਲੀ ਇੰਨਾ ਰਿਵੋਲਟ ਹੈ, ਅੰਦਰ ਇੰਨਾ ਰਿਵੋਲਟ ਹੈ ਬੀਜੇਪੀ ਦਾ। ਤੁਹਾਨੂੰ ਕੀ ਪਤਾ ਹੈ ਕਿ ਕੋਈ ਬੀਜੇਪੀ ਦਾ ਟੌਪ ਬਰਾਸ ਲੀਡਰ ਨਹੀਂ ਹੈ ਪੰਜਾਬ ਦਾ ਜਿਹੜਾ ਗੱਲਬਾਤ ਨਹੀਂ ਹੁੰਦੀ, ਕੋਈ ਵੀ। ਹਰ ਵਿਅਕਤੀ ਨਾਲ ਕਿਤੇ ਨਾ ਕਿਤੇ ਜਿੱਥੇ ਵੀ ਮਿਲੇ ਆ ਉਹ ਕਹਿੰਦੇ ਯਾਰ ਮਾਰਤਾ ਸਾਨੂੰ ਸਾਡੀ ਪਾਰਟੀ ਨੇ, ਮਾਰਤਾ ਸਾਨੂੰ ਪਾਰਟੀ ਨੇ। ਕਿਉਂਕਿ ਜਿਹੜੇ ਜਾਣਦੇ ਨਹੀਂ ਸੀ, ਜਿਨ੍ਹਾਂ ਨੇ ਖਾਕੀ ਨਿਖਰਾ ਪਾ ਕੇ ਲਾ ਕੇ ਸ਼ਾਖਾਵਾਂ ਲਾਈਆਂ, ਉਹਨਾਂ ਦੇ ਉੱਤੇ ਲਿਆ ਕੇ ਬਿਠਾਤਾ। ਮਫਰਲ ਵੀ ਦੇਖਿਆ ਹੋਣਾ, ਇਦੋਂ ਪਹਿਲਾਂ ਵਾਲੇ 'ਚ ਮਫਰਲ ਨਹੀਂ ਪਾਉਂਦੇ ਕਿਉਂ ਹਜੇ ਤੱਕ ਕਿ ਜਿਹੜਾ ਬੰਦਾ ਆਈ ਡੋਂਟ ਨੋ। ਸੋ ਇਹਦਾ ਰਿਵੋਲਟ ਚੱਲਣਾ ਪੈਂਦਾ। ਤੁਸੀਂ ਪਿੰਡਾਂ 'ਚ ਵੀ, ਮੇਰੀ ਇਹ ਗੱਲ ਹੈ, ਕਈ ਵਾਰੀ ਮੈਂ ਪਿੰਡਾਂ 'ਚ ਅੱਧੇ ਪਿੰਡ ਨੂੰ ਜੁਆਇਨ ਕਰ ਲਾ ਲੈਂਦਾ ਸੀ। 3-4 ਐਸੇ ਪਿੰਡ ਸੀ ਸਾਡੇ ਜਿੱਥੇ ਮੈਂ ਬਹੁਤ ਬੰਦੇ ਜੁਆਇਨ ਕਰਾਏ। ਇਸ ਇਲੈਕਸ਼ਨ ਨਹੀਂ, ਪਿਛਲੇ ਇਲੈਕਸ਼ਨ, ਇਸ ਇਲੈਕਸ਼ਨ ਤਾਂ ਮੈਂ ਬਹੁਤ ਘੱਟ ਜੁਆਇਨ ਕਰਾਏ। ਸੋ ਮੈਨੂੰ ਲੱਗਦਾ ਸੀ ਇਸ ਪਿੰਡ 'ਚੋਂ ਸਫਾਇਆ ਹੋ ਗਿਆ ਵੀ ਮੈਂ ਹੀ ਇੱਥੇ ਤਾਂ ਉਡਾਤੇ। ਉਸ ਪਿੰਡ 'ਚੋਂ ਕਾਂਗਰਸ ਦੀ ਵੋਟ ਵੱਧ, ਅਕਾਲੀ ਦਲ ਦੀ ਵੋਟ ਵੱਧ ਜਾਂਦੀ ਸੀ। ਰੀਜ਼ਨ ਬੀਇੰਗ ਦੂਜੇ ਬੰਦੇ ਪਿੱਛੇ ਅਗਲਾ ਕਹਿੰਦਾ ਯਾਰ ਇਹਨਾਂ ਤੋਂ ਲੈ ਲਾ, ਜਿਹੜੇ ਤੂੰ ਨਵੇਂ ਲਿਆਇਆ ਨਾ ਇਹਨਾਂ ਤੋਂ ਲੈ ਲਾ, ਕੋਈ ਨਹੀਂ। ਸੋ ਬਿਲਕੁਲ ਇਹ ਗੱਲ ਸਹੀ ਹੈ ਕਿ ਟੈਸਟ ਤਾਂ ਹੋਣਾ ਚਾਹੀਦਾ ਹੈ, ਔਰ ਲੰਮਾ ਟੈਸਟ ਹੋਵੇ ਬੰਦੇ ਦੀ ਵਫਾਦਾਰੀ ਐਂਡ ਕਿਸ ਪ੍ਰਕਾਰ ਦੀ ਉਹਦੀ ਫਿਦਰਤ ਹੈ ਪੂਰਾ। ਉਦੋਂ ਬਾਅਦ ਦੀ ਉਹਨੂੰ ਲਾਈਮਲਾਈਟ 'ਚ ਉਹਨੂੰ ਮੇਨ ਸਟ੍ਰੀਮ ਪੋਸਟ ਤੇ ਲੈ ਕੇ ਆਉਣਾ ਚਾਹੀਦਾ। ਆਖਰੀ ਮੇਰਾ ਸਵਾਲ ਹੈ, ਛੋਟਾ ਜਿਹਾ ਸਵਾਲ ਹੈ, ਉਹ ਸਿੱਧਾ ਜਿਹਾ ਇਹੀ ਹੈ ਕਿ ਕੱਲ ਤੁਸੀਂ ਕਿਹਾ ਕਿ ਸੰਦੀਪ ਜਾਖੜ ਸਾਹਿਬ ਜ਼ਿਮਨੀ ਚੋਣ ਦੁਬਾਰਾ ਲੜਨ, ਰਾਜਾ ਵੜਿੰਗ ਉਹਨਾਂ ਦੇ ਮੁਕਾਬਲੇ 'ਚ ਲੜੂਗਾ। ਸੰਦੀਪ ਜਾਖੜ ਦੇ ਨਹੀਂ, ਸੁਨੀਲ ਜਾਖੜ ਜੀ ਦੇ ਲੋੜ ਪਈ ਤਾਂ ਉੱਚੇ ਬੋਲਣਾ ਬੋਲੀਏ ਕਰਤਾਰੋਂ ਗੁਰਦਾਸਪੁਰ ਉਹ ਜੋ ਲੜਦੇ ਨੇ, ਕਿਤੇ ਵੀ ਲੜ ਲੈਣੇ ਆ। ਜੇ ਲੜ ਮੈਂ ਕੋਈ ਗੁਰਦਾਸਪੁਰ ਦਾ ਤਾਂ ਗੁਰਦਾਸਪੁਰ ਵਾਲੇ ਬੈਠੇ ਨੇ, ਮਤਲਬ ਫਿਰੋਜ਼ਪੁਰ ਪਾਰਲੀਮੈਂਟ ਪਈ ਹੈ, ਲੜ ਲੈਣ ਜਾਖੜ ਸਾਹਿਬ। ਕਹਿਣਗੇ ਜੇ ਜਾਖੜ ਸਾਹਿਬ ਜੇ ਮਾਰਨਗੇ ਥਾਪੀ ਤਾਂ ਇਹ ਨਮਾਣਾ ਨਤਾਣਾ ਵੀ ਫਿਰ ਵੀ ਖੜ ਜਾਏਗਾ ਉਹਨਾਂ ਦੇ ਮੁਕਾਬਲੇ। ਕੀ ਹੋਏਗਾ ਦੇਖੀ ਜਾਏਗੀ। ਮੈਂ ਇਹ ਨਹੀਂ ਕਹਿੰਦਾ, ਪਰ ਮੈਂ ਇਹ ਗੱਲ ਮੈਨੂੰ ਇਸ ਕਰਕੇ ਕਹਿਣੀ ਪਈ, ਇਹਦੇ 'ਚ ਵੀ ਹੰਕਾਰ ਜਾਂ ਨਜ਼ਰ ਆਉਂਦਾ ਹੈ। ਮੈਂ ਹੰਕਾਰ ਹੋ ਕੇ ਨਹੀਂ ਕਹਿੰਦਾ, ਪਰ ਮੈਂ ਕਹਿਣਾ ਵੀ ਉਹ ਕਹਿਣਗੇ ਸੋਫੜਾ ਸਾਫ਼ ਹੋ ਗਿਆ, ਆਪ ਤੋਂ ਬੜਿੰਗ ਹੀ ਰਹਿ ਜਾਏਗਾ। ਇਹ ਗੱਲ ਨਾ ਕਰੋ। ਕਦੇ ਕਦੇ ਪੱਗ ਦੀ ਗੱਲ ਵੀ ਇਹ ਨਕਲੀ ਹੈ, ਫਲਾਂ ਹੈ। ਮੇਰੇ ਬਹੁਤ ਸਤਿਕਾਰਯੋਗ ਨੇ ਜਾਖੜ ਸਾਹਿਬ। ਆ ਵੀ ਗੱਲ ਮੈਨੂੰ ਕਹਿੰਦੇ ਨੂੰ ਆਪਦੇ ਆਪ ਨੂੰ ਮਹਿਸੂਸ ਹੁੰਦਾ ਕਿ ਯਾਰ ਕਿਤੇ ਨਾ ਕਿਤੇ ਰੱਬ ਨੂੰ ਇਹ ਗੱਲ ਕਿਤੇ ਚੰਗੀ ਨਾ ਲੱਗੇ, ਕਿਤੇ ਇਹੋ ਜਿਹੀ ਗੱਲ ਨਾ ਮੈਂ ਕਹਿ ਦਿਆਂ। ਪਰ ਹਾਂ ਕਈ ਵਾਰੀ ਫਿਰ ਜੇ ਜਾਖੜ ਸਾਹਿਬ ਕਹਿਣਗੇ ਵੀ ਆ ਵੀ ਬੜਿੰਗ ਆ ਵੀ ਮੈਂ ਲੜਤਾ ਹੂँ ਫਿਰੋਜ਼पुर से चुनाव पार्लियामेंट, तो लड़ मेरे सामने, ਫਿਰ ਮੈਨੂੰ ਮੇਰਾ ਲੀਡਰ ਰਿਹਾ ਵੀ ਗੱਲ ਮੰਨਣੀ ਤਾਂ ਪਊਗੀ। ਵੜਿੰਗ ਸਾਹਿਬ ਇਸ ਸਵਾਲ ਮੈਂ ਪੁੱਛਣਾ ਨਹੀਂ ਸੀ ਪਰ ਪੁੱਛਣਾ ਪੈ ਰਿਹਾ। ਬਠਿੰਡੇ ਦੇ ਵਿੱਚ ਬਹੁਤ ਚਰਚਾ ਕਿ ਤੁਹਾਡੇ ਪਰਿਵਾਰਕ ਜੀ, ਤੁਹਾਡੇ ਧਰਮ ਪਤਨੀ ਉੱਥੋਂ ਇਲੈਕਸ਼ਨ ਲੜ ਸਕਦੇ ਨੇ, ਇਹਦੇ ਵਿੱਚ ਕੀ ਚਾਹੀਏ ਤੁਸੀਂ ਚਾਹੁੰਦੇ ਹੋ? ਆਨੰਦਪ੍ਰੀਤ ਕਿਹਨੇ ਚਰਚਾ ਚਲਾਈ, ਨਾਮ ਦੱਸ। ਲੋਕਾਂ 'ਚ ਚਰਚਾ ਚੱਲਦੀ ਹੈ। ਕਿਉਂ ਲੋਕ? ਤੁਹਾਡੇ ਕੋਲੇ ਤਾਂ ਵਧੀਆ ਸ਼ਬਦ ਹੈ ਬੁੱਧੀਜੀਵੀਆਂ ਦੇ ਵਿੱਚ। ਇਹਦੇ ਕੋਲੇ ਆ ਮਾਈਕ ਹੈ ਨਾ, ਉਹ ਕਹਿੰਦਾ ਲੋਕਾਂ 'ਚ ਗੱਲ ਚੱਲ ਰਹੀ ਹੈ। ਲੋਕਾਂ 'ਚ ਕਿਤੇ ਨਹੀਂ ਚੱਲ ਰਹੀ, ਇੱਥੇ ਤੁਸੀਂ ਚਲਾਉਣੇ ਹੋ, ਸੁਣ ਲਓ, ਫਿਰ ਤੁਸੀਂ ਲੋਕਾਂ 'ਚ ਚਲਾਉਣਾ। ਮੇਰਾ ਤੇ ਮੇਰੀ ਵਾਈਫ ਦਾ, ਸਾਡਾ ਕੋਈ ਕਿਸੇ ਗੱਲ ਦਾ ਇਸ ਤਰ੍ਹਾਂ ਦਾ ਕੋਈ ਇੰਟਰਸਟ ਨਹੀਂ ਹੈ।
ਵੀ ਪਾਰਲੀਮੈਂਟ ਲੜਨ ਦਾ ਜਾਂ ਨਹੀਂ ਲੜਨ ਦਾ। ਬਾਕੀ ਪਾਰਟੀ ਜੋ ਕਹੇਗੀ ਉਹਦੇ ਤੇ ਨਿਰਭਰ ਹੈ। ਨਾ ਹੀ ਕੋਈ ਮੈਂ ਕਹਿੰਦਾ ਕਿ ਆਈ ਐਮ ਨੋਬਡੀ ਟੂ ਡਿਸਾਈਡ ਕਿ ਮੈਂ ਲੜਨਾ ਹੈ ਜਾਂ ਮੇਰੀ ਘਰ ਵਾਲੀ ਨੇ ਲੜਨਾ ਹੈ ਜਾਂ ਮੇਰੇ ਪਰਿਵਾਰਕ ਦੇ ਮੈਂਬਰ ਨੇ ਨਾ। ਦੈਟ ਇਜ਼ ਅ ਹਾਈ ਕਮਾਂਡ ਟੂ ਡਿਸਾਈਡ ਕਿ ਕੀ ਕਰਨਾ ਹੈ। ਇਹ ਤਾਂ ਮੈਂ ਜਾਖੜ ਸਾਹਿਬ ਵਾਲੀ ਗੱਲ ਤਾਂ ਕਹਿਤੀ ਵੀ ਅਗਲੇ ਜੇ ਕਹਿਣਗੇ ਵੀ ਆ ਤੈਨੂੰ ਦੇਖੀਏ ਪ੍ਰਧਾਨ ਨਾਲ ਪ੍ਰਧਾਨ ਪੜਾਉਣਾ ਹੈ, ਲੋਹੇ ਨਾਲ ਲੋਹਾ ਲਾਉਣਾ ਹੈ। ਹਾਂ, ਤੇ ਸੰਦੀਪ ਤਾਂ ਚਲੋ ਛੋਟਾ ਭਰਾ ਹੈ ਤਾਂ ਜਾਖੜ ਸਾਹਿਬ ਲੀਡਰ ਫਿਰ ਵੱਡੇ, ਮਤਲਬ ਕਿ ਉਹ ਤਾਂ ਮੈਂ ਕਹਦੀ। ਅਦਰਵਾਈਜ਼ ਮੇਰਾ ਕੋਈ ਮਨ ਮੁਨ ਨਹੀਂ ਹੈ ਲੜਨ ਦਾ। ਬਹੁਤ ਸ਼ੁਕਰੀਆ ਜੀ ਵੜਿੰਗ ਸਾਹਿਬ ਸਮਾਂ ਦਿੱਤਾ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਹੜ੍ਹਾਂ ਦੇ ਮੁੱਦੇ ਤੋਂ ਲੈ ਕੇ ਪਾਰਟੀ ਦੇ ਵਿੱਚ ਅੰਦਰੂਨੀ ਗਤੀਵਿਧੀਆਂ ਕੀ ਚੱਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ, ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਗੱਲਬਾਤ ਤੁਹਾਡੇ ਸਾਹਮਣੇ ਹੈ। ਤੁਹਾਡੀ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।